जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਦੀ ਜਿਹੜੀ ਲੇਟੈਸਟ ਖਬਰ ਸਾਡੇ ਸਾਹਮਣੇ ਆਈ ਹੈ, ਭਾਰਤ ਦੇ ਵਿੱਚੋਂ RSS ਦੇ ਜਿਹੜੇ ਮੁਖੀ ਨੇ ਮੋਹਨ ਭਾਗਵਤ, ਉਹਨਾਂ ਵੱਲੋਂ ਇਹ ਬਿਆਨ ਦਾਗਿਆ ਗਿਆ ਜਿਹਨੇ ਤੜਥੱਲੀ ਮਚਾ ਦਿੱਤੀ ਹੈ ਭਾਰਤ ਭਰ ਦੇ ਵਿੱਚ ਤੇ ਡਿਬੇਟ ਇੱਕ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਹਿਲੀ ਵਾਰ ਨਹੀਂ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਇੱਕ ਹਿੰਦੂ ਰਾਸ਼ਟਰ ਹੈ ਤੇ ਇਹਦੇ ਤੇ ਕੋਈ ਵੀ ਕੁਐਸਚਨ ਮਾਰਕ ਨਹੀਂ ਹੈ। ਜਦੋਂ ਤੱਕ ਕੋਈ ਵੀ ਬਸ਼ਿੰਦਾ ਇਸ ਧਰਤੀ ਦੇ ਉੱਤੇ ਰਹੇਗਾ, ਭਾਰਤ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਹੀ ਰਹੇਗਾ। ਸੋ ਇਹ ਗੱਲ ਉਹਨਾਂ ਵੱਲੋਂ ਪਹਿਲਾਂ ਵੀ ਕਹੀ ਜਾ ਚੁੱਕੀ ਹੈ, ਕਈ ਵਾਰ ਕਹੀ ਜਾ ਚੁੱਕੀ ਹੈ ਤੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਜਿਹੜੀਆਂ ਗੱਲਾਂ ਨੇ ਉਹ ਜਦੋਂ ਤੋਂ ਭਾਰਤ ਦੇ ਵਿੱਚ ਮੋਦੀ ਸਰਕਾਰ 2014 ਤੋਂ ਹੋਣ ਦੇ ਵਿੱਚ ਆਈ ਹੈ, ਉਦੋਂ ਤੋਂ ਜਿਹੜੀਆਂ ਗੱਲਾਂ ਨੇ ਉਹ ਚੱਲ ਰਹੀਆਂ ਨੇ, ਜਿਹੜੀਆਂ ਪਾਲਿਸੀਜ਼ ਨੇ ਸਰਕਾਰ ਦੀਆਂ ਉਹ ਇਸੇ ਵੱਲ ਇਸ਼ਾਰਾ ਕਰ ਰਹੀਆਂ ਨੇ। ਉਹ ਐਡਮਿਨਿਸਟ੍ਰੇਸ਼ਨ ਹੋਵੇ, ਜੁਡੀਸ਼ਰੀ ਹੋਵੇ, ਮੀਡੀਆ ਹੋਵੇ, ਕਿਵੇਂ ਉੱਥੇ ਹਿੰਦੂਤਵਾਦੀ ਜਿਹੜੀ ਲਾਈਨ ਹੈ, ਹਿੰਦੁਸਤਾਨ ਦੀ ਜਿਹੜੀ ਇੱਕ ਵਿਚਾਰਧਾਰਾ ਹੈ ਉਹ ਫੋਲੋ ਕੀਤੀ ਜਾ ਰਹੀ ਹੈ। ਇਹਦੀਆਂ ਉਦਾਹਰਨਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਇਸ ਸ਼ੋਅ ਦੇ ਦੌਰਾਨ ਡਿਸਕਸ ਕਰਦੇ ਰਹੇ ਹਾਂ। ਪਰ ਅੱਜ ਜਿਹੜਾ ਇਹ ਬਿਆਨ ਆਇਆ ਹੈ, ਇਹਦੀ ਅਹਿਮੀਅਤ ਹੈ। ਇੱਕ RSS ਦੇ ਮੁਖੀ ਵੱਲੋਂ ਇਹ ਕਿਹਾ ਜਾਣਾ ਅੱਜ ਦੀ ਤਾਰੀਖ ਦੇ ਵਿੱਚ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹਦਾ ਕਨੈਕਸ਼ਨ ਕਿਤੇ ਨਾ ਕਿਤੇ ਹੁਣ ਜਦੋਂ ਅਸੀਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਇਜਲਾਸ ਹੋ ਕੇ ਹਟਿਆ, ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਵੱਲੋਂ ਵੀ ਜਦੋਂ ਕਸ਼ਮੀਰ ਇਸ਼ੂ ਨੂੰ ਐਡਰੈਸ ਕੀਤਾ ਗਿਆ, ਉੱਥੇ ਇਹਦੀ RSS ਦੀ ਜਿਹੜੀ ਆਈਡੀਓਲੋਜੀ ਹੈ ਉਹਦਾ ਜ਼ਿਕਰ ਕੀਤਾ ਗਿਆ ਤੇ ਉਹਨੂੰ ਕਿਵੇਂ ਕੰਪੇਅਰ ਕੀਤਾ ਗਿਆ ਨਾਜ਼ੀ ਆਈਡੀਓਲੋਜੀ ਦੇ ਨਾਲ। ਇਹ ਇੱਕ ਅਹਿਮ ਨੁਕਤਾ ਹੈ ਜਿਹਨੂੰ ਅਸੀਂ ਅੱਜ ਇਸ ਬਿਆਨ ਨੂੰ ਰਿਲੇਟ ਕਰਕੇ ਦੇਖ ਰਹੇ ਹਾਂ ਕਿ ਕਿਵੇਂ ਅੱਜ ਜਿਹੜਾ ਬਿਆਨ ਦਿੱਤਾ ਗਿਆ ਇਹ ਮੋਹਨ ਭਾਗਵਤ ਵੱਲੋਂ, ਇਹਦੀ ਕੀ ਅਹਿਮੀਅਤ ਹੈ। ਤੇ ਭਾਰਤ ਦੇ ਵਿੱਚ ਖਾਸ ਤੌਰ ਤੇ ਘੱਟ ਗਿਣਤੀਆਂ ਦਾ ਜਦੋਂ ਸਵਾਲ ਆਉਂਦਾ ਜਾਂ ਘੱਟ ਗਿਣਤੀਆਂ ਦੀ ਨਜ਼ਰੀਏ ਤੋਂ ਅਸੀਂ ਦੇਖਦੇ ਹਾਂ ਤਾਂ ਹਿੰਦੂ ਰਾਸ਼ਟਰ ਬਣਨਾ ਜਾਂ ਬਣਨ ਦੇ ਲਈ ਜਿਹੜੇ ਅਮਲ ਚੱਲ ਰਹੇ ਨੇ ਉਹਦੇ ਕੀ ਮਾਇਨੇ ਨੇ। ਸੋ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਸੀਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ। ਮੌਂਟਰੀਅਲ ਤੋਂ ਸਰਦਾਰ ਮਨਵੀਰ ਸਿੰਘ ਜਿਹੜੇ ਕਿ TV84 ਦੇ ਕੈਨੇਡਾ ਦੇ ਬਿਊਰੋ ਚੀਫ ਨੇ, ਉਹ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਵੀਰ ਸਿੰਘ ਜੀ, ਤੁਹਾਨੂੰ ਔਰ TV84 ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜਿੰਨੇ ਵੀ ਦਰਸ਼ਕ ਜੁੜ ਚੁੱਕੇ ਨੇ, ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਮਨਵੀਰ ਸਿੰਘ ਜੀ, ਜਿਹੜਾ ਇਹ ਬਿਆਨ ਹੁਣ ਮੋਹਨ ਭਾਗਵਤ ਦਾ RSS ਦੇ ਮੁਖੀ ਦਾ ਆਇਆ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹਦੀਆਂ ਡਿਟੇਲਸ ਦੇ ਵਿੱਚ ਮੈਂ ਨਹੀਂ ਜਾਊਂਗਾ, ਪਰ ਤੁਹਾਡੇ ਕੋਲੋਂ ਮੈਂ ਜ਼ਰੂਰ ਜਾਣਨਾ ਚਾਹੂੰਗਾ ਕਿ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ, ਵਿਸ਼ੇਸ਼ ਤੌਰ ਤੇ ਜੇ ਇੰਟਰਨੈਸ਼ਨਲੀ ਜਾਂ ਕਸ਼ਮੀਰ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਸ ਦੇ ਦੌਰਾਨ ਇਹ ਬਿਆਨ ਆਉਣਾ। ਸਰਦਾਰ ਅਮਰਵੀਰ ਸਿੰਘ ਜੀ, ਇਹ ਜਿਹੜੀ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਜਿਹੜੀ ਗੱਲ ਹੈ, ਇਹਨੂੰ ਤਕਰੀਬਨ ਇਹ ਹੁਣ ਤੋਂ ਨਹੀਂ, ਪਿਛਲੇ 20 ਸਾਲਾਂ ਤੋਂ ਤਕਰੀਬਨ ਇਹ ਪ੍ਰਚਾਰਦੇ ਆ ਰਹੇ ਨੇ ਕਿ 2020 ਤੱਕ ਜਿਹੜਾ ਅਸੀਂ ਜਾਂ 2021 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿਆਂਗੇ। ਸੋ ਫਾਈਨਲੀ ਅੱਜ ਉਹਨਾਂ ਨੇ ਇਹਨੂੰ ਹਿੰਦੂ ਰਾਸ਼ਟਰ ਜਿਹੜਾ ਡਿਕਲੇਅਰ ਕਰ ਦਿੱਤਾ। ਔਰ ਇਹ ਦੇਖਣ ਵਾਲੀ ਗੱਲ ਹੈ ਕਿ ਸਿਰਫ ਡਿਕਲੇਅਰ ਹੀ ਨਹੀਂ ਕੀਤਾ, ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਪਿਛਲੇ ਸਮੇਂ ਦੇ ਘਟਨਾਕ੍ਰਮ ਨੇ, ਖਾਸ ਕਰਕੇ ਜਾਤੀ ਮੋਦੀ ਸਰਕਾਰ ਦੁਬਾਰਾ ਹੋਣ ਦੇ ਵਿੱਚ RSS ਦੀ ਜਿਹੜੀ ਗਵਰਨਮੈਂਟ ਆ ਉਹ ਆਈ ਹੈ ਤੇ ਜਿਹੜੇ ਉਹਨਾਂ ਦੇ ਘਟਨਾਕ੍ਰਮ ਨੇ ਉਸ ਮੁਲਕ ਦੇ ਜਿਸ ਦਿਸ਼ਾ ਵੱਲ ਉਹ ਮੁਲਕ ਜਾ ਰਿਹਾ, ਸੋ ਇਹ ਜਿਹੜਾ ਇਹ ਚ ਅਤਕਥਨੀ ਨਹੀਂ ਹੋਏਗੀ ਕਿ ਮੋਹਨ ਭਾਗਵਤ ਨੇ ਜਿਹੜਾ ਅੱਜ ਹਿੰਦੂ ਰਾਸ਼ਟਰ ਡਿਕਲੇਅਰ ਕੀਤਾ, ਇਹ 100% ਸੱਚ ਹੈ, ਸਾਨੂੰ ਮੰਨਣਾ ਪਏਗਾ। ਕਿਉਂਕਿ ਜਿਸ ਤਰੀਕੇ ਦੇ ਨਾਲ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਮੈਂ ਸਮਝਦਾ, ਬਾਕੀ ਦਾ ਕਾਰਨ ਹੈ ਹੀ ਆ, ਉਹਨਾਂ ਨੂੰ ਇਸ ਵਰਕ ਤੱਕ ਪਹੁੰਚਦੇ ਹੋਏ, ਇਸ ਟੀਚੇ ਤੱਕ ਪਹੁੰਚਣ ਲਈ ਉਹਨਾਂ ਨੇ 100 ਸਾਲ ਤੋਂ ਵੱਧ ਦਾ ਵਕਤ ਲਿਆ। ਔਰ ਸਭ ਤੋਂ ਅਹਿਮ ਘਟਨਾ ਜਿਹੜਾ ਕਸ਼ਮੀਰ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ, ਜਿਸ ਤਰ੍ਹਾਂ ਕਸ਼ਮੀਰ ਦੇ 80 ਲੱਖ ਲੋਕਾਂ ਨੂੰ ਉਹਨਾਂ ਨੇ 2 ਮਹੀਨੇ ਹੋ ਚੱਲੇ ਨੇ, 2-3 ਦਿਨ ਰਹਿ ਗਏ ਨੇ, ਜਿਵੇਂ ਉੱਥੇ ਉਸ ਨੂੰ ਇੱਕ ਜੇਲ੍ਹ ਬਣਾਇਆ ਹੋਇਆ। ਔਰ ਸਾਰੇ ਭਾਰਤ ਦੇ ਵਿੱਚੋਂ ਕੁਝ ਗਿਣੇ ਚੁਣੀਆਂ ਹਸਤੀਆਂ ਤੇ ਇੱਕ ਪੰਜਾਬ ਤੋਂ ਇਲਾਵਾ ਜਿਹੜੀ ਇਸ ਇੱਕ ਸਟੇਟ ਨੂੰ ਰਾਤੋਂ ਰਾਤ ਜਿਹੜਾ ਯੂਨੀਅਨ ਟੈਰੀਟਰੀ ਬਣਾ ਦੇਣ ਦੇ ਸਬੰਧ ਦੇ ਵਿੱਚ ਕਿਤੇ ਹੋਰ ਕੋਈ ਆਵਾਜ਼ ਨਹੀਂ ਉੱਠੀ। ਮੈਂ ਸਮਝਦਾ ਕਿ ਇਹ ਖਾਸ ਕਰਕੇ ਜਦੋਂ ਜਿਹੜੀ ਕੁਮਾਰੀ ਮਾਇਆਵਤੀ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਦਲਿਤ ਆਗੂ ਮੰਨੀ ਜਾਂਦੀ ਹੈ ਜਾਂ ਹੈ,
ਜੀ। ਉਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਹੋ ਜਾਏ, ਜਾਂ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਅਖੌਤੀ ਅਕਾਲੀ ਨੇ, ਬਾਦਲ ਦਲੀਏ, ਜਿਹੜੇ ਅੱਜ ਤੱਕ ਲੋਕਾਂ ਨੂੰ ਇਸੇ ਕੰਮ ਦੇ ਉੱਤੇ ਇਹਨਾਂ ਨੇ ਆਪਣੇ ਮਗਰ ਲਾਈ ਰੱਖਿਆ ਕਿ ਅਸੀਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ। ਧਰਮ ਯੁੱਧ ਮੋਰਚੇ, ਮੈਂ ਡਿਟੇਲ ਦੇ ਵਿੱਚ ਨਹੀਂ ਚਾਹੁੰਦਾ ਕਿ ਅਕਾਲੀ ਦਲ ਦਾ ਕਿੰਨਾ ਵੱਡਾ ਹੱਥ ਹੈ, ਔਰ ਫੇਅਰਲੀ ਸੀਗਾ ਜੀ। ਇਹਦੇ ਚੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, ਇਹ ਸਿਰਫ ਬਾਦਲ ਨੇ ਗੰਧਲਾ ਕੀਤਾ। ਉਸ ਤੋਂ ਪਹਿਲਾਂ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਉਹਦੇ ਚ ਕੁਝ ਨੁਕਤਾਚੀਨੀ ਕੀਤੀ ਜਾ ਸਕਦੀ ਹੈ, ਪਰ ਬਹੁਤਾਤ ਦੇ ਵਿੱਚ ਉਹਨਾਂ ਦੇ ਜਿਹੜੇ ਪੈਂਤੜੇ ਸੀ, ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ, ਉਹ ਪੰਜਾਬ ਪੱਖੀ ਹੀ ਸੀ। ਸੋ ਉਸ ਪਾਰਟੀ ਵੱਲੋਂ ਵੀ ਇਸ ਗੱਲ ਦਾ ਸਮਰਥਨ ਕਰ ਦੇਣਾ, ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਗਿਣੇ ਚੁਣੇ ਲੋਕਾਂ ਤੋਂ ਇਲਾਵਾ ਆਵਾਜ਼ ਨਾ ਚੁੱਕਣਾ, ਉਸ ਸਾਰੇ ਘਟਨਾਕ੍ਰਮ ਨੇ ਆਰਐਸਐਸ ਦੇ ਜਿਹੜੇ ਮਨੋਬਲ ਨੂੰ ਬਹੁਤ ਜ਼ਿਆਦਾ ਉੱਤੇ ਚੱਕਿਆ, ਇਹਨਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਕੀਤਾ ਕਿ ਸਾਡੇ ਖਿਲਾਫ ਕੋਈ ਆਵਾਜ਼ ਨਹੀਂ ਹੈ, ਔਰ ਸਾਰੇ ਹੀ ਕਾਨੂੰਨਾਂ ਨੂੰ, ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਸਿੱਕੇ ਦੇ ਉੱਤੇ ਟੰਗਦਿਆਂ ਜਿਸ ਤਰ੍ਹਾਂ ਉਹਨਾਂ ਨੇ ਉਸ ਪੂਰੇ ਸੂਬੇ ਨੂੰ ਜੇਲ੍ਹ ਦੇ ਵਿੱਚ ਤਬਦੀਲ ਕੀਤਾ। 13,000 ਤੋਂ ਵੱਧ ਬੱਚੇ ਡਿਸਪੇਅਰ ਕੀਤੇ ਨੇ, ਰੇਪਸ ਉੱਥੇ ਆਮ ਗੱਲ ਨੇ। ਉਸ ਤੋਂ ਇਲਾਵਾ ਚਾਹੇ ਪ੍ਰੋ ਇੰਡੀਅਨ ਲੀਡਰਸ਼ਿਪ ਹੋਵੇ ਕਸ਼ਮੀਰ ਦੇ ਲੋਕਾਂ ਦੀ, ਤੇ ਜਾਂ ਫਿਰ ਪ੍ਰੋ ਕਸ਼ਮੀਰ ਹੋਵੇ, ਜਾਂ ਫਿਰ ਨਿਊਟਰਲ ਹੋਣ, ਪੱਤਰਕਾਰ ਹੋਣ, ਡਾਕਟਰਸ ਹੋਣ, ਉਹਨਾਂ ਨੇ ਕੋਈ ਵੀ ਐਸਾ ਦਿਮਾਗ ਜਿਹੜਾ ਲੋਕਾਂ ਨੂੰ ਕੋਈ ਗੱਲ ਸਮਝਾ ਸਕਦਾ, ਉਹ ਜੇਲ੍ਹ ਦੀ ਕੈਦ ਤੋਂ ਬਾਹਰ ਨਹੀਂ ਛੱਡਿਆ। ਸਾਰੇ ਦਾ ਸਾਰਾ ਜਿਹੜਾ ਬੁੱਧੀਜੀਵੀ ਵਰਗ ਆ, ਜਾਂ ਫਿਰ ਵੋਕਲ ਵਰਗ ਆ, ਜਿਹੜਾ ਕੁਝ ਕਹਿ ਸਕਦਾ ਸੀ, ਆਪਣੀ ਆਵਾਜ਼ ਰੱਖ ਸਕਦਾ ਸੀ ਦੇਸ਼ ਦਾ ਵਿਦੇਸ਼ ਦੇ ਵਿੱਚ ਕਿਸੇ ਵੀ ਪਲੇਟਫਾਰਮ ਤੇ, ਉਹ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਜੇਲ੍ਹ ਦੇ ਵਿੱਚ ਤਾੜਿਆ ਹੋਇਆ, ਔਰ ਕਈਆਂ ਦਾ ਤਾਂ ਪਤਾ ਵੀ ਨਹੀਂ ਹੈ ਕਿ ਕਿਹੜੀ ਜੇਲ੍ਹ ਚ ਕੌਣ ਆ ਜੀ। ਔਰ ਉਸ ਤੋਂ ਇਲਾਵਾ ਇੰਟਰਨੈਸ਼ਨਲ ਮੰਚ ਦੇ ਉੱਤੇ ਜਿਸ ਤਰ੍ਹਾਂ ਦਾ ਇੱਥੇ ਵਰਤਾਰਾ, ਅਸੀਂ ਵੱਖ-ਵੱਖ ਮੁਲਕਾਂ ਦੀ ਜੇ ਨਾ ਕਰੀਏ, ਸਿਰਫ ਜਿਹੜਾ UN ਦੀ ਬਾਡੀ ਆ, ਉਸ ਵੱਲੋਂ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਈ ਗਈ ਹੈ, ਉਸਨੇ ਉਹਨਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਕੀਤਾ। ਇਸ ਲਈ ਅੱਜ ਖੁੱਲੇ ਤੌਰ ਤੇ ਉਹਨਾਂ ਨੇ ਹਿੰਦੂ ਰਾਸ਼ਟਰ ਦਾ ਐਲਾਨ ਜਿਹੜਾ ਆਲਮੋਸਟ ਮੁਕੰਮਲ ਹੀ ਸੀ, ਉਹ ਅੱਜ ਔਪਚਾਰਿਕ ਤੌਰ ਤੇ ਵੀ ਉਹਨਾਂ ਨੇ ਕਰ ਦਿੱਤਾ ਹੈ ਜੀ। ਮਨਵੀਰ ਸਿੰਘ ਜੀ, ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਜਿਹੜਾ ਇਜਲਾਸ ਹੋਇਆ, ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਬਾਖੂਬੀ ਤੌਰ ਤੇ, ਕਿਵੇਂ ਉਹਨਾਂ ਨੇ ਕੰਪੇਅਰ ਕੀਤਾ ਆਰਐਸਐਸ ਦੀ ਆਈਡੀਓਲੋਜੀ ਨੂੰ ਨਾਦੀ ਆਈਡੀਓਲੋਜੀ ਦੇ ਨਾਲ, ਜਦੋਂ ਉਹਨਾਂ ਨੇ ਕਸ਼ਮੀਰ ਦੇ ਹੱਕ ਦੇ ਵਿੱਚ ਜਿਹੜਾ ਆਪਣਾ ਕੇਸ ਹੈ ਉਹ ਬਿਲਡ ਕੀਤਾ। ਸੋ ਉਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਤੇ ਖਾਸ ਤੌਰ ਤੇ ਜਿਹੜੀ ਆਰਐਸਐਸ ਦੀ ਆਈਡੀਓਲੋਜੀ ਹੈ, ਇਹ ਹਿੰਦੁਸਤਾਨ ਦੀ ਜਿਹੜਾ ਨਾਰਾ ਹੈ, ਇਹਨੂੰ ਨਾਦੀ ਆਈਡੀਓਲੋਜੀ ਦੇ ਨਾਲ ਜੇ ਕੰਪੇਅਰ ਕਰਨਾ ਹੋਵੇ, ਜਿਹੜੀ ਹਿਟਲਰ ਦੀ ਵਿਚਾਰਧਾਰਾ ਸੀ, ਉਹਦੇ ਨਾਲ ਕਿਵੇਂ ਕੰਪੇਅਰ ਕਰਦੇ ਹੋ ਉਹਦੇ ਨਾਲ? ਸਰਦਾਰ ਅਮਰਵੀਰ ਸਿੰਘ ਜੀ, ਇਹਦੇ ਚ ਵੀ ਕੋਈ ਦੋ ਰਾਵਾਂ ਨਹੀਂ ਕਿ ਇਮਰਾਨ ਖਾਨ ਸਾਹਿਬ ਹੁਣੀ, ਜਿੱਥੇ ਤੱਕ ਅਸੀਂ ਇਸ ਇਸ਼ੂ ਨੂੰ ਉਹਨਾਂ ਦੇ ਨਾਲ ਰਿਲੇਟ ਕਰਦੇ ਹਾਂ, ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਇੰਟਰਨੈਸ਼ਨਲ ਜਿਹੜਾ ਪਲੇਟਫਾਰਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਮਰਾਨ ਖਾਨ ਹੁਣਾਂ ਨੇ ਆਰਐਸਐਸ ਨੂੰ ਤੇ ਨਾਜ਼ੀ ਆਈਡੀਓਲੋਜੀ ਨੂੰ ਜਿਸ ਤਰ੍ਹਾਂ ਰਿਲੇਟ ਕੀਤਾ ਫੇਅਰਲੀ, ਔਰ ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਦੀਆਂ ਧੱਜੀਆਂ ਉਡਾਈਆਂ ਨੇ, ਇਹਨਾਂ ਦੇ ਪਾਜ ਦੁਨੀਆ ਦੇ ਸਾਹਮਣੇ ਅਧੇੜੇ ਨੇ, ਉਹ ਵੀ ਮੈਂ ਕਹਿੰਦਾ ਉਹ ਵੀ ਇੱਕ ਫੈਕਟਰ ਹੈ ਕਿ ਇਹਨਾਂ ਨੇ ਮਹਿਸੂਸ ਕੀਤਾ ਕਿ ਸਾਡਾ ਅੰਤਰਰਾਸ਼ਟਰੀ ਤੌਰ ਦੇ ਉੱਤੇ ਜਿਹੜਾ ਝੱਗਾ ਤਾਂ ਚੱਕਿਆ ਹੀ ਗਿਆ, ਤੇ ਹੁਣ ਇਹਨੂੰ ਡਿਕਲੇਅਰ ਵੀ ਕਰ ਦਈਏ। ਪਰ ਜਿੱਥੋਂ ਤੱਕ ਇਮਰਾਨ ਖਾਨ ਸਾਹਿਬ ਹੁਣਾਂ ਦੀ ਮੈਂ ਸਲੂਟ ਕਰਨਾ ਚਾਹਾਂਗਾ, ਖਾਸ ਕਰਕੇ ਕਿ ਦੁਨੀਆ ਨੂੰ ਬਹੁਤ ਘੱਟ ਜਿਹੜੇ ਇਸ ਤਰ੍ਹਾਂ ਦੇ ਲੀਡਰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਇਮਾਨਦਾਰੀ, ਇਨਸਾਨੀਅਤ, ਆਪਣੇ ਲੋਕਾਂ ਪੱਖੀ ਪਿਆਰ ਆ ਜਿਹੜਾ, ਤੇ ਇੰਟਰਨੈਸ਼ਨਲ ਜਿਹੜੇ ਮੁੱਦੇ ਨੇ ਉਹਨਾਂ ਦੀ ਸਮਝ, ਤੇ ਦੁਨੀਆ ਨੂੰ ਕਿਸੇ ਵੀ ਪਾਸੇ ਮੋੜਾ ਦੇਣ ਦੀ ਜਿਹੜੀ ਹੈ ਉਹ ਕਾਬਲੀਅਤ ਹੁੰਦੀ ਹੈ। ਸੋ ਇਮਰਾਨ ਖਾਨ ਸਾਹਿਬ ਉਹਨਾਂ ਦੀ ਜਿਹੜੀ UN ਸਪੀਚ ਹੈ, ਖਾਸ ਕਰਕੇ ਜਿਹੜਾ ਉਹਨਾਂ ਨੇ ਮੋਦੀ ਔਰ ਕਸ਼ਮੀਰ ਦੇ ਸਬੰਧ ਦੇ ਵਿੱਚ ਆਪਣੀ ਪਰਫਾਰਮੈਂਸ ਕੀਤੀ, ਮੈਂ ਸਮਝਦਾ ਇਹਨੇ ਵੀ ਉਹਨਾਂ ਨੂੰ ਆਰਐਸਐਸ ਨੂੰ ਹਿਲਾਇਆ, ਧੁਰ ਅੰਦਰੋਂ ਤੱਕ ਹਿਲਾਇਆ, ਜਿਹਦੀ ਬੁਖਲਾਹਟ ਸਾਨੂੰ ਬਹੁਤ ਸਾਰੇ ਪਲੇਟਫਾਰਮਸ ਦੇ ਉੱਤੇ ਜਿਹੜੀ ਵੇਖਣ ਨੂੰ ਮਿਲੀ ਹੈ। ਔਰ ਇਹ ਜਿਹੜਾ ਅੱਜ ਹਿੰਦੂ ਰਾਸ਼ਟਰ ਦਾ ਐਲਾਨ ਹੈ, ਇਹ ਮੈਂ ਸਮਝਦਾ ਕਿ ਇਹ ਜਿਹੜੇ ਇਮਰਾਨ ਖਾਨ ਸਾਹਿਬ ਦੀ ਸਪੀਚ ਔਰ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ, ਜਿਹੜੀ ਉਹਨਾਂ ਦੀ ਡਿਪਲੋਮੈਸੀ ਹੈ, ਉਹਨੂੰ ਵੇਖਦੇ ਹੋਏ ਵੀ ਉਹਨਾਂ ਨੂੰ ਲੋੜ ਪਈ ਹੈ ਕਿ ਹੁਣ ਹਿੰਦੂ ਰਾਸ਼ਟਰ ਹੈ ਜਿਹੜਾ ਡਿਕਲੇਅਰ ਕਰ ਦਿੱਤਾ ਜਾਵੇ। ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਕਿ ਤੁਸੀਂ ਨਾਜ਼ੀ ਆਈਡੀਓਲੋਜੀ ਤੇ ਇਹਨਾਂ ਦੀ, ਜੇ ਅਸੀਂ ਇਹਨਾਂ ਦੀ ਰੇਸ ਦੇਖੀਏ, ਪਿੱਛੋਂ ਇਹਨਾਂ ਦੀ ਜੜ ਵੇਖੀਏ, ਤਾਂ ਉਹੀ ਐਰੀਅਨ ਸਮਾਜ ਹੈ ਜਿਹੜਾ ਹਿਟਲਰ ਦੀ ਸੁਪਰਮੈਸੀ ਦਾ ਜਿਹਨੇ ਮੁੱਢ ਬੰਨਿਆ। ਔਰ ਇਹਨਾਂ ਦੀ ਹਰ ਇੱਕ ਚੀਜ਼, ਇਹਨਾਂ ਦੇ ਸਾਇੰਸ, ਇਹਨਾਂ ਦੀ ਜਿਹੜੀ ਇੱਕ ਦੂਜੇ ਨੂੰ ਗ੍ਰੀਟਿੰਗ ਕਰਨ ਦਾ ਜਿਹੜਾ ਇਹਨਾਂ ਦਾ ਸਟਾਈਲ ਹੈ, ਉਹ ਇਹਨਾਂ ਦਾ ਜਿਹੜਾ ਇਹਨਾਂ ਦੀ ਸੋਚ ਹੈ
ਕਿ ਜਿਹੜੀ ਸੁਪਰਮੈਸੀ ਹੋਣੀ ਚਾਹੀਦੀ ਹੈ ਆਰੀਅਨ ਰੇਸ ਦੀ, ਉਹੀ ਜੀ। ਹਿਟਲਰ ਦੀ ਸੀ, ਉਹੀ ਇਹਨਾਂ ਦੀ ਹੈ। ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਹਿਟਲਰ ਨੇ ਇੱਕ ਇੱਕ ਕਰਕੇ ਉੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਘੱਟ ਗਿਣਤੀ ਉਹਦਾ ਸਫਾਇਆ ਕਰਨਾ ਸ਼ੁਰੂ ਕੀਤਾ ਸੀ, ਇਹ ਵੀ ਬਿਲਕੁਲ ਉਸੇ ਤਰਜ਼ ਦੇ ਉੱਤੇ ਚੱਲ ਰਹੇ ਨੇ, ਉਸ ਤੋਂ ਵੱਧ ਰਫ਼ਤਾਰ ਦੇ ਨਾਲ ਚੱਲ ਰਹੇ ਨੇ। ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਦੁਨੀਆ ਕਿੱਧਰ ਜਾਏਗੀ। ਇਹ ਜਿਹੜੀ ਤਬਾਹੀ ਨੂੰ ਇਹ ਆਵਾਜ਼ਾਂ ਮਾਰ ਰਹੇ ਨੇ, ਉਹ ਬਿਲਕੁਲ ਕੁਝ ਨਾ ਕੁਝ ਵਾਪਰਨ ਦੀ ਕਗਾਰ ਦੇ ਉੱਤੇ ਹੈ। ਸੋ ਜਿਸ ਤਰ੍ਹਾਂ ਨਾਜ਼ੀਆਂ ਨੇ, ਹਿਟਲਰ ਨੇ ਦੁਨੀਆ ਬਰਬਾਦ ਹੋ ਜਾਣ ਦੀ ਪਰਵਾਹ ਵੀ ਨਾ ਕਰਦੇ ਹੋਏ ਸਿਰਫ ਤੇ ਸਿਰਫ ਇੱਕੋ ਹੀ ਟੀਚਾ ਰੱਖਿਆ ਸੀ ਕਿ ਕਿਵੇਂ ਜਿਹੜੀ ਵਾਈਟ ਸੁਪਰਮੈਸੀ ਹੈ ਜਾਂ ਐਰੀਅਨ ਸੁਪਰਮੈਸੀ ਹੈ, ਉਹਨੂੰ ਕਿਵੇਂ ਦੁਨੀਆ ਦੇ ਵਿੱਚ ਉਹਦਾ ਬੋਲਬਾਲਾ ਕੀਤਾ ਜਾਵੇ। ਉਹਦੇ ਇਵਜ ਦੇ ਵਿੱਚ ਮੁਲਕ ਤਬਾਹ ਹੋ ਗਿਆ, ਦੁਨੀਆ ਦੇ ਵਿੱਚ ਲੱਖਾਂ ਕੈਜੂਅਲਟੀਜ਼ ਹੋ ਗਈਆਂ, ਸਾਰੀ ਦੁਨੀਆ ਜਿਹੜੀ ਆ ਉਹ ਜਿਹੜੀ ਵਰਲਡ ਵਾਰ ਵੱਲ ਧਕੇਲੀ ਗਈ। ਔਰ ਬਿਲਕੁਲ ਉਸੇ ਪੈਟਰਨ ਦੇ ਉੱਤੇ ਇਹ ਅੱਜ ਜਿਹੜੀ ਇਹਨਾਂ ਦਾ ਸੰਘੀਆਂ ਦਾ ਜਿਹੜਾ ਦਿਮਾਗ ਖਰਾਬ ਹੋਇਆ RSS ਦਾ, ਸੰਘੀਆਂ ਦਾ, ਜਿਸ ਤਰ੍ਹਾਂ ਉਹਨਾਂ ਨੇ ਹਿੰਦੁਸਤਾਨ ਦੇ ਵੱਡੇ ਬਿਜ਼ਨਸਮੈਨਸ ਆ ਜਿਹੜੇ, ਉਹਨਾਂ ਨੂੰ ਆਪਣੇ ਲਪੇਟੇ ਦੇ ਵਿੱਚ ਲਿਆ, ਜਿਸ ਤਰ੍ਹਾਂ ਬਹੁਤ ਵੱਡੀ ਜਿਹੜੀ ਬਹੁਗਿਣਤੀ ਆ ਉਹਨਾਂ ਨੂੰ ਅੱਜ ਹਿੰਦੁੱਤਵਾ ਤੋਂ ਇਲਾਵਾ ਜਿਹੜੀ ਦੇਸ਼ ਦੀ ਡਿੱਗਦੀ ਹੋਈ ਇਕਨੋਮੀ ਆ ਉੱਤੇ ਕੋਈ ਧਿਆਨ ਨਹੀਂ ਹੈ, ਦੇਸ਼ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਹੈ ਉੱਤੇ ਕੋਈ ਧਿਆਨ ਨਹੀਂ ਹੈ, ਦੇਸ਼ ਦੇ ਵਿੱਚ ਜਿਹੜੀ ਕਤਲੋ ਗਾਰਤ ਹੋ ਰਹੀ ਹੈ, ਬੱਚੀਆਂ ਦੇ ਰੇਪ ਕੀਤੇ ਜਾ ਰਹੇ ਨੇ। ਆ ਕੱਲ ਪਰਸੋਂ ਦਾ ਜਿਹੜਾ ਨਿਤਿਆਨੰਦ ਦਾ ਕੇਸ ਆ ਉਹ ਦੇਖ ਲਓ, ਉਹ ਤਾਂ ਕੁੜੀ ਵੀ ਹਿੰਦੂ ਹੈ। ਸੋ ਉਹਨਾਂ ਨੂੰ ਆਪਣੀ ਬਰਬਾਦੀ ਨਹੀਂ ਦਿਖ ਰਹੀ, ਇੱਕੋ ਚੀਜ਼ ਦਿਖ ਰਹੀ ਹੈ ਕਿ ਅਸੀਂ ਜਿਹੜੀ ਸੁਪਰਮੈਸੀ ਹੈ RSS ਦੀ ਨਾਜ਼ੀ ਆਈਡੀਓਲੋਜੀ ਹੈ ਜਿਹੜੀ, ਉਸ ਦੇ ਦੁਆਰਾ ਕਿਵੇਂ ਦੁਨੀਆ ਦੇ ਉੱਤੇ ਰਾਜ ਕਰਨਾ। ਔਰ ਵਰਲਡ ਨੂੰ ਮੈਂ ਸਮਝਦਾ ਕਿ ਇਸ ਦੇ ਜਿਹੜੇ ਸਿੱਟੇ ਆ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਜਿਹੜੇ ਆ ਉਹ ਭੁਗਤਣੇ ਪੈ ਸਕਦੇ ਨੇ। ਜੀ ਮਨਵੀਰ ਸਿੰਘ ਜੀ, ਜਦੋਂ ਅਸੀਂ ਦੇਖਦੇ ਹਾਂ ਇਸ ਮਤਲਬ ਆਮ ਤੌਰ ਤੇ ਹੁਣ ਹਿੰਦੂ ਤਵੀਆਂ ਵੱਲੋਂ ਇਹ ਨਾਰਾ ਦਿੱਤਾ ਜਾਂਦਾ ਹੈ, ਜਿਹਦੀ ਅਸੀਂ ਗੱਲ ਕਰਦੇ ਹਾਂ ਹਿੰਦੀ ਹਿੰਦੂ ਹਿੰਦੁਸਤਾਨ ਦੀ, ਤੇ ਇਦਾਂ ਦਾ ਹੀ ਨਾਰਾ ਇੱਕ ਉਸ ਸਮੇਂ ਦੇ ਵਿੱਚ ਜਦੋਂ ਹਿਟਲਰ ਆਪਣੇ ਜੋਬਨ ਤੇ ਸੀ ਉਹਨਾਂ ਵੱਲੋਂ ਦਿੱਤਾ ਜਾਂਦਾ ਸੀ, ਵਨ ਪੀਪਲ ਵਨ ਰੇਸ ਤੇ ਵਨ ਲੀਡਰ। ਸੋ ਜਦੋਂ ਅਸੀਂ ਇਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ, ਇਹ ਭਲੀ ਭਾਂਤ ਸਾਡੇ ਸਾਹਮਣੇ ਹੈ, ਪਰ ਕੀ ਕਾਰਨ ਹੈ ਕਿ ਭਾਰਤ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਭਾਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ ਹੋਵੇ, ਭਾਵੇਂ ਅਦਰਵਾਈਜ਼ ਹੋਵੇ ਵੀ, ਅਸੀਂ ਜਿਹੜਾ ਸੈਕੂਲਰਿਜ਼ਮ ਦੇ ਵਿੱਚ ਯਕੀਨ ਰੱਖਦੇ ਹਾਂ, ਕੀ ਕਾਰਨ ਹੈ ਕਿ ਮਾਈਨੋਰਿਟੀਜ਼ ਦੇ ਹੱਕ ਦੇ ਵਿੱਚ ਜਾਂ ਉੱਥੋਂ ਆਵਾਜ਼ ਇਸ ਵਕਤ ਨਹੀਂ ਨਿਕਲ ਰਹੀ? ਦੇਖੋ, ਆਵਾਜ਼ ਜਿਹੜੀ ਆ ਸਰਦਾਰ ਅਮਰਵੀਰ ਸਿੰਘ ਜੀ, ਆਪਾਂ ਜੋ ਵੀ ਘਟਨਾਕ੍ਰਮ ਭਾਰਤ ਦੇ ਵਿੱਚ ਇਸ ਵਕਤ ਚੱਲ ਰਿਹਾ ਉਹ ਤੋਂ ਭਲੀ ਭਾਂਤ ਜਾਣੂ ਆ। ਆਵਾਜ਼ ਇਹਨਾਂ ਨੇ ਬੰਦ ਕਰ ਦਿੱਤੀ ਗਈ ਆ। ਆਵਾਜ਼ ਕਿਹਨੇ ਕੱਢਣੀ ਹੁੰਦੀ ਹੈ? ਮੀਡੀਆ ਨੇ। ਸਭ ਤੋਂ ਪਹਿਲੀ ਗੱਲ, ਮੀਡੀਆ ਜਿਹੜਾ ਉਹ ਅੱਜ ਕੱਲ ਜਿਹੜੀ ਟਰਮ ਭਾਰਤ ਵਿੱਚ ਯੂਜ਼ ਹੋ ਰਹੀ ਹੈ, ਗੋਦੀ ਮੀਡੀਆ, ਠੀਕ ਹੈ ਜੀ, ਗੋਦੀ ਮੀਡੀਆ, ਉਹ ਸਿਰਫ ਇਹਨਾਂ ਦੇ ਟੁਕੜਿਆਂ ਦੇ ਉੱਤੇ ਪੜਨ ਵਾਲਾ ਮੀਡੀਆ, ਉਹ ਬਿਲਕੁਲ ਆਵਾਜ਼ ਨਹੀਂ ਕੱਢ ਰਿਹਾ। ਉਹਨਾਂ ਦੀ ਜਿਹੜੀ ਮੈਂਟੈਲਿਟੀ ਹੈ, ਇਹ ਪੂਰਾ ਗਰਾਊਂਡ ਵਰਕ ਕੀਤਾ ਗਿਆ ਸੱਤਾ ਦੇ ਵਿੱਚ। ਜਿਹੜੀ ਸੱਤਾ ਇਹਨਾਂ ਨੇ ਹਥਿਆਈ ਆ, ਉਹ ਤੋਂ ਆਉਣ ਤੋਂ ਪਹਿਲਾਂ ਕਿਹੜਾ ਹਿੰਦੁਸਤਾਨ ਦਾ ਆਫਿਸ ਹੈ, ਕਿਹੜਾ ਅਦਾਰਾ ਜਿਹਦੇ ਵਿੱਚ RSS ਦਾ ਬੋਲਬਾਲਾ ਨਾ ਹੋਵੇ। ਇੱਥੋਂ ਤੱਕ ਕਿ ਮਿਲਟਰੀ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਕਰਨਲ ਪ੍ਰੋਹਿਤ ਵਰਗੇ ਐਸੇ ਸੈੱਲ ਮੌਜੂਦ ਸਨ ਜਿਨ੍ਹਾਂ ਨੇ ਅਸਲਾ ਪ੍ਰੋਵਾਈਡ ਕੀਤਾ, ਬਰੂਦ ਪ੍ਰੋਵਾਈਡ ਕੀਤਾ ਘੱਟ ਗਿਣਤੀਆਂ ਦਾ ਘਾਣ ਕਰਨ ਦੇ ਲਈ RSS ਨੂੰ। ਮੀਡੀਆ ਇਹਨਾਂ ਦੇ ਚਾਪਲੂਸਾਂ ਨਾਲ ਭਰਿਆ ਹੋਇਆ। ਜਿਹੜਾ ਬਿਜ਼ਨਸਮੈਨ ਹੈ, ਉਹਨਾਂ ਨੂੰ ਲੋੜ ਨਹੀਂ ਹੈ ਪ੍ਰੋਫਿਟ ਦੀ ਉੱਥੇ ਲੋਕਾਂ ਦੇ ਕੋਲੋਂ, ਜਾਂ ਉਹਨਾਂ ਨੂੰ ਆਪਣੇ ਸੌਦੇ ਵੇਚਣ ਦੀ। ਜਿਹਦਾ ਜਦੋਂ ਦਿਲ ਕਰਦਾ, ਕੋਈ 2000 ਕਰੋੜ, ਕੋਈ 4000 ਕਰੋੜ, ਕੋਈ 11000 ਕਰੋੜ ਲੈ ਕੇ ਉੱਥੋਂ ਤਿੱਤਰ ਹੋ ਜਾਂਦਾ। ਸਾਰੀ ਇਹਨਾਂ ਦੀ ਮਿਲੀ ਭਗਤੀ ਗੇਮ ਹੈ। ਉਹਨਾਂ ਨੂੰ ਕੋਈ ਤੇ ਜਿਹੜੇ ਲੋਅਰ ਲੈਵਲ ਦੇ ਉੱਤੇ, ਕਿਉਂਕਿ ਮੀਡੀਆ ਜੋ ਦਿਨ ਰਾਤ ਪਰੋਸ ਰਿਹਾ, ਜੋ ਮੀਡੀਆ ਦਿਨ ਰਾਤ ਉਹਨਾਂ ਦੇ ਦਿਮਾਗਾਂ ਦੇ ਵਿੱਚ, ਹਿੰਦੁਸਤਾਨ ਦਾ 400 ਚੈਨਲ ਦਿਨ ਰਾਤ ਇੱਕੋ ਹੀ ਗੱਲ ਉਹਨਾਂ ਨੂੰ ਦੱਸ ਰਿਹਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਲਿਆ, ਅਸੀਂ ਸੁਪਰੀਮ ਹੈ। ਤੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਬਰਗਲਾ ਕੇ ਉੱਥੇ ਕੋਈ ਇਹ ਨਹੀਂ ਸੋਚਦਾ ਕਿ ਸਾਡੇ ਕੋਲ ਜੌਬਸ ਨਹੀਂ ਆ, ਕੋਈ ਇਹ ਨਹੀਂ ਸੋਚਦਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ। ਇਹ ਬਿਲਕੁਲ ਜਿਸ ਤਰ੍ਹਾਂ ਪੋਲਰਾਈਜੇਸ਼ਨ ਇੰਦਰਾ ਗਾਂਧੀ ਦੇ ਟਾਈਮ ਦੇ ਉੱਤੇ ਕੀਤੀ ਗਈ ਸੀ ਸਿੱਖਾਂ ਦਾ ਘਾਣ ਕਰਨ ਲਈ, ਉਹੀ ਜਿਹੜਾ ਸੈਂਪਲ ਹੈ ਇਹਨਾਂ ਨੇ ਫਿਰ ਗੁਜਰਾਤ ਦੇ ਵਿੱਚ ਵਰਤਿਆ। ਔਰ ਉਹ ਸੈਂਪਲ ਜਿਹੜਾ ਹੁਣ ਨੈਸ਼ਨਲ ਪੱਧਰ ਤੇ ਜਿਹੜਾ ਇਕੱਤੀ ਰਾਸ਼ਟਰ ਹੈ ਇਹਨਾਂ ਦਾ ਭਾਰਤ, ਉਹਦੇ ਵਿੱਚ ਵਰਤ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਬ੍ਰੇਨ ਵਾਸ਼ ਕੀਤਾ ਜਾਂਦਾ ਬਹੁ ਗਿਣਤੀ ਦਾ, ਜਿਨ੍ਹਾਂ ਦੇ ਕੋਲ ਸਰਦਾਰ ਅਮਰਵੀਰ ਸਿੰਘ ਜੀ ਕੰਮ ਨਹੀਂ ਆ ਕਰਨ ਨੂੰ, ਖਾਣ ਨੂੰ ਕੁਛ ਨਹੀਂ ਆ। ਉਹਨਾਂ ਨੂੰ ਇੱਕੋ ਹੀ ਸ਼ੋਸ਼ਣਾ ਦਿੱਤਾ ਜਾਂਦਾ ਰਾਸ਼ਟਰਵਾਦ ਦਾ, ਔਰ ਉਹ ਸ਼ੋਸ਼ਣਾ ਲੈ ਕੇ ਫਿਰ ਉਹ ਘੱਟ ਗਿਣਤੀਆਂ ਵੱਲ ਵੱਧਦੇ ਨੇ। ਪਰ ਇਹ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਦੇ ਲਈ ਵੀ ਇਹ ਲਾਭਦਾਇਕ ਸੌਦਾ ਨਹੀਂ ਹੈ। ਅਖੀਰ ਦੇ ਉੱਤੇ ਜਿਸ ਦਿਨ
ਇਹ ਮੁਲਕ ਡੁੱਬਿਆ ਉਹ ਸਾਰੇ ਹੀ ਨਾਲ ਡੁੱਬੜੇ ਨੇ ਜੀ। ਜੀ, ਇਹਦੇ ਵਿੱਚ ਜੇ ਇੰਟਰਨੈਸ਼ਨਲੀ ਗੱਲ ਕਰਨੀ ਹੋਵੇ ਤੇ ਯੂਨਾਈਟਿਡ ਨੇਸ਼ਨਸ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਤੇ ਓਵਰਆਲ ਜੇ ਇਸ ਸਾਰੇ ਪਾਰਟ ਨੂੰ ਦੇਖਣਾ ਹੋਵੇ ਤਾਂ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਇਹ ਇੱਕ ਵੱਡਾ ਸਵਾਲ ਹੈ ਜਦੋਂ ਹਿਟਲਰ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਜਾਂ ਨਾਜ਼ੀ ਆਈਡੀਓਲੋਜੀ ਦਾ ਕੰਪੈਰੀਜ਼ਨ ਆਰਐਸਐਸ ਦੀ ਆਈਡੀਓਲੋਜੀ ਦੇ ਨਾਲ ਅਸੀਂ ਕਰ ਰਹੇ ਹਾਂ। ਇਸ ਵਕਤ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਜਿਹੜਾ ਇਹ ਵੱਡਾ ਸਵਾਲ ਹੈ, ਉਹਨਾਂ ਦੀ ਜਿਹੜੀ ਨੀਤੀ ਹੈ ਇਸ ਵਕਤ ਭਾਰਤ ਦੇ ਪ੍ਰਤੀ ਉਹ ਕੁਝ ਹੋਰ ਹੀ ਬਿਆਨ ਕਰਦੀ ਹੈ ਜਿਸ ਹਿਸਾਬ ਨਾਲ ਉਹ ਹਿਟਲਰ ਨੂੰ ਜਾਂ ਨਾਜ਼ੀ ਆਈਡੀਓਲੋਜੀ ਨੂੰ ਦੇਖਦੇ ਨੇ। ਸੋ ਇੰਟਰਨੈਸ਼ਨਲ ਕਮਿਊਨਿਟੀ ਦਾ ਜਿਹੜਾ ਵਰਤਾਰਾ ਹੈ ਇਸ ਵਕਤ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਜਦੋਂ ਹਿਟਲਰ ਦਾ ਬੋਲਬਾਲਾ ਸੀ ਉਦੋਂ ਵੀ ਇੰਗਲੈਂਡ ਦੇ ਵਿੱਚੋਂ ਇਹ ਆਵਾਜ਼ ਆਉਂਦੀ ਸੀ ਕਿ ਨਹੀਂ ਜੀ ਉੱਥੇ ਤਾਂ ਸਭ ਕੁਝ ਬੜਾ ਵਧੀਆ, ਉੱਥੇ ਤਾਂ ਸਰਕਾਰ ਬੜੀ ਵਧੀਆ ਚੱਲ ਰਹੀ ਹੈ, ਲੋਕਾਂ ਨੂੰ ਰੋਜ਼ਗਾਰ ਆ, ਉੱਥੇ ਕ੍ਰਾਈਮ ਘਟ ਗਿਆ। ਪਰ ਅਸਲ ਦੇ ਵਿੱਚ ਜਦ ਤੱਕ ਉਹ ਹਿਟਲਰ ਦਾ ਸਾਰਾ ਚਿਹਰਾ ਜਿਹੜਾ ਜਦ ਤੱਕ ਸਾਹਮਣੇ ਆਇਆ ਉਦੋਂ ਤੱਕ ਪੂਰੀ ਦੇਰ ਹੋ ਚੁੱਕੀ ਸੀ। ਔਰ ਖਦਸ਼ਾ ਇਸ ਗੱਲ ਦਾ ਕਿ ਜਦ ਉਹ ਘਟਨਾਕ੍ਰਮ ਸੀ ਸਿਰਫ ਅਮਰੀਕਾ ਕੋਲ ਜਾਂ ਫਿਰ ਇੱਕ ਅੱਧੇ ਹੋਰ ਮੁਲਕ ਦੇ ਕੋਲ ਪਰਮਾਣੂ ਹੋਣਗੇ, ਪਰ ਅੱਜ ਤਕਰੀਬਨ ਦੁਨੀਆ ਦੇ ਵਿੱਚ 8 ਜਾਂ 10 ਮੁਲਕਾਂ ਦੇ ਕੋਲ ਅੱਜ ਜਿਹੜੀ ਨਿਊਕਲੀਅਰ ਪਾਵਰ ਹੈ। ਸੋ ਇਹ ਜਿਸ ਤਰ੍ਹਾਂ ਦਾ ਦੁਨੀਆ ਦਾ ਰਵੱਈਆ ਜਿਹੜਾ, ਔਰ ਮੈਂ ਇੱਥੇ ਫੇਰ ਇੱਕ ਵਾਰ ਦੁਹਰਾਉਣਾ ਚਾਹੁੰਦਾ ਜਿਹੜੀ ਗੱਲ ਇਮਰਾਨ ਖਾਨ ਸਾਹਿਬ ਉਹਨਾਂ ਨੇ ਕਹੀ ਹੈ ਕਿ ਅੱਜ ਤੁਹਾਡੇ ਲਈ ਜਿਹੜੀ ਆ 120 ਕਰੋੜ ਦੀ ਜਿਹੜੀ ਉਹ ਮੁਲਕ ਆ ਉਹ ਮੰਡੀ ਤੁਹਾਨੂੰ ਦਿਖ ਰਿਹਾ, ਤੁਹਾਨੂੰ 80 ਲੱਖ ਜਾਨਾਂ ਜਿਹੜੀਆਂ ਜੇਲ੍ਹ ਦੇ ਵਿੱਚ ਨੂੜੀਆਂ ਹੋਈਆਂ ਨੇ ਪਿਛਲੇ 2 ਮਹੀਨਿਆਂ ਤੋਂ, ਤੁਹਾਨੂੰ ਉਹ ਨਹੀਂ ਦਿਖ ਰਿਹਾ, ਤੁਹਾਨੂੰ ਸਿਰਫ ਵਪਾਰ ਦਿਖ ਰਿਹਾ। ਪਰ ਇਹ ਅੱਗ ਜਿਸ ਦਿਨ ਲੱਗੇਗੀ ਇਹ ਕੱਲੀ ਉੱਥੇ ਤੱਕ ਸੀਮਤ ਨਹੀਂ ਰਹੇਗੀ, ਇਹ ਦੁਨੀਆ ਦੇ ਹਰ ਕੋਨੇ ਤੱਕ ਫੈਲੇਗੀ। ਸੋ ਇੰਟਰਨੈਸ਼ਨਲ ਕਮਿਊਨਿਟੀ ਦਾ ਜਿਹੜਾ ਹੁਣ ਤੱਕ ਦਾ ਰਵੱਈਆ ਉਹ ਵਪਾਰਕ ਹੈ, ਇਹ ਕੋਈ ਇਹਦੇ 'ਚ ਦੋ ਰਾਮਾ ਨਹੀਂ। ਪਰ ਫਿਰ ਵੀ ਜਿਹੜੇ ਪਿਛਲੇ ਕਿਉਂਕਿ ਜਿਹੜੀ ਵੀ ਕੋਈ ਗੱਲ ਹੁੰਦੀ ਆ ਉਹਦੇ ਜਿਹੜੇ ਸਰਕਮਟੈਂਸਿਸ ਜਾਂ ਫਿਰ ਉਹਦੇ ਜਿਹੜੇ ਘਟਨਾਕ੍ਰਮ ਹੁੰਦੇ ਨੇ, ਉਹਦੇ ਜਿਹੜੇ ਦੁਹਰਾ ਹੁੰਦੇ ਨੇ, ਉਹ ਹੌਲੀ ਹੌਲੀ ਉਹ ਸਾਰਾ ਕੁਝ ਉਹਦਾ ਜਿਹੜਾ ਜਵਾਬ ਉਹ ਸਾਹਮਣੇ ਆਉਂਦਾ। ਜਿਸ ਤਰ੍ਹਾਂ ਦੇ ਨਾਲ ਅੱਜ ਤੁਸੀਂ ਮੀਡੀਆ ਦੇ ਵਿੱਚ ਕਿਸੇ ਵੀ ਮੁਲਕ ਦਾ ਕਿਸੇ ਵੀ ਤਰ੍ਹਾਂ ਦਾ ਮੀਡੀਆ ਭਾਰਤ ਤੋਂ ਬਾਹਰ ਦਾ ਦੇਖ ਲਓ, ਅੱਜ ਜਿਸ ਤਰ੍ਹਾਂ ਇਸ ਗੱਲ ਨੂੰ ਜਿਹੜੇ ਕਸ਼ਮੀਰ ਦਾ ਮਸਲਾ ਉਹ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਿਹੜਾ ਇਹ ਉੱਭਰਿਆ ਜੀ, ਅੱਜ ਇਹ ਥੂ ਹੋ ਰਹੀ ਹੈ ਮੋਦੀ ਦੀ ਵੀ ਔਰ ਉਹਦੇ ਜਿਹੜੇ ਆਲੇ ਦੁਆਲੇ ਉਹਨੂੰ ਸਪੋਰਟ ਕਰਨ ਵਾਲੇ ਨੇ ਉਹਨਾਂ ਦੀ ਵੀ, ਉਹ ਚਾਹੇ ਕੋਈ ਵੀ ਮੁਲਕ ਹੋਵੇ। ਅੱਜ ਤੁਸੀਂ ਨਿਊਯਾਰਕ ਟਾਈਮਸ ਦੇਖ ਲਓ, ਤੁਸੀਂ ਵਾਸ਼ਿੰਗਟਨ ਪੋਸਟ ਦੇਖ ਲਓ, ਤੁਸੀਂ ਕੋਈ ਰਸ਼ੀਆ ਦਾ ਮੀਡੀਆ ਦੇਖ ਲਓ, ਚਾਈਨਾ ਦਾ ਦੇਖ ਲਓ, ਹਰੇਕ ਪਾਸੇ ਇਹ ਜਿਹੜਾ ਇਹ ਗੰਦ ਜਿਹੜਾ ਮੈਸ ਇਹਨਾਂ ਨੇ ਆਰਐਸਐਸ ਨੇ ਪਾਇਆ, ਖਾਸ ਕਰਕੇ ਮੋਦੀ ਨੇ, ਔਰ ਯੂਐਨ ਦੇ ਵਿੱਚ ਜਿਹੜਾ ਘਟਨਾਕ੍ਰਮ ਹੋਇਆ, ਅੱਜ ਜਿਹੜੀ ਆਵਾਜ਼ ਹੈ ਉਹ ਪੂਰੇ ਸੰਪੂਰਨ ਤੌਰ ਤੇ ਮੈਂ ਸਮਝਦਾ ਕਿ ਪਾਕਿਸਤਾਨ ਔਰ ਕਸ਼ਮੀਰ ਦੇ ਹੱਕ ਵਿੱਚ ਜਿਹੜੀ ਇੱਕ ਆਵਾਜ਼ ਬਣ ਰਹੀ ਹੈ। ਇਹਨੂੰ ਵਕਤ ਜ਼ਰੂਰ ਲੱਗੇਗਾ ਪਰ ਦੁਨੀਆ ਸਮਝੇਗੀ, ਕਿਉਂਕਿ ਇਹਨੂੰ ਅਣਦੇਖਾ ਕਰਨਾ ਜਿਹੜਾ ਉਹ ਕਿਸੇ ਵੀ ਕੀਮਤ ਤੇ ਕਿਸੇ ਵੀ ਮੁਲਕ ਦੇ ਲਈ, ਖਾਸ ਕਰਕੇ ਉਸ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਇੰਟਰਸਟ ਰੱਖਣ ਵਾਲੇ ਕਿਸੇ ਵੀ ਮੁਲਕ ਲਈ ਇਹ ਜਿਹੜੀ ਆਵਾਜ਼ ਹੈ ਉਹ ਇਹ ਗਵਾਰਾ ਨਹੀਂ ਹੈ। ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਇਹ ਜਿਹੜੀ ਗੱਲ ਹੈ ਹੁਣ ਆਰ ਪਾਰ ਦੀ ਹੋਏਗੀ। ਔਰ ਮੈਂ ਸਮਝਦਾ ਆਉਣ ਵਾਲੇ 5 ਜਾਂ 10 ਸਾਲ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਇਹਨਾਂ ਨੇ ਆਰਐਸਐਸ ਨੇ ਔਰ ਇਹਨਾਂ ਹਿੰਦੂਆਂ ਨੇ ਉੱਥੇ ਉਸ ਖਿੱਤੇ ਦਾ ਬਣਾ ਦਿੱਤਾ, ਉੱਥੇ ਇੱਕ ਨਹੀਂ ਦੋ ਨਹੀਂ ਘੱਟੋ ਘੱਟ 10 ਜਾਂ 15 ਮੁਲਕ ਜਿਹੜੇ ਨੇ ਉਹ ਹੋਂਦ ਦੇ ਵਿੱਚ ਆਣਗੇ। ਉਸ ਤੋਂ ਬਿਨਾਂ ਉਸ ਖਿੱਤੇ ਦੇ ਵਿੱਚ ਜਿੰਨਾ ਮੈਸਅਪ ਇਹਨਾਂ ਨੇ ਕਰ ਦਿੱਤਾ ਹੋਇਆ, ਕੋਈ ਹੋਰ ਇਸ ਤੋਂ ਇਲਾਵਾ ਉੱਥੇ ਸ਼ਾਂਤੀ ਦਾ ਜਾਂ ਪੀਸ ਦਾ ਕੋਈ ਹੱਲ ਉੱਥੇ ਨਹੀਂ ਹੈ। ਜੀ ਤੇ ਜਾਂਦੇ ਜਾਂਦੇ ਮੈਂ ਜ਼ਰੂਰ ਜਾਣਨਾ ਚਾਹੂੰਗਾ, ਜਿਵੇਂ ਅਸੀਂ ਕਸ਼ਮੀਰ ਦਾ ਦੇਖਦੇ ਹਾਂ, ਜਦੋਂ ਤੋਂ ਇਹ ਧਾਰਾ 370 ਹਟਾਈ ਗਈ ਹੈ, ਪੰਜਾਬ ਦੇ ਵਿੱਚ ਜਿਵੇਂ ਇੱਕਮੁੱਠਤਾ ਕਸ਼ਮੀਰ ਦੇ ਲਈ ਨਜ਼ਰ ਆਈ ਹੈ, ਭਾਵੇਂ ਉਹ ਲੈਫਟ ਦੀਆਂ ਜਥੇਬੰਦੀਆਂ ਹੋਣ, ਸਟੂਡੈਂਟ ਆਰਗੇਨਾਈਜੇਸ਼ਨਸ ਹੋਣ, ਕਿਸਾਨ ਜਥੇਬੰਦੀਆਂ ਹੋਣ ਜਾਂ ਪੰਥਕ ਆਰਗੇਨਾਈਜੇਸ਼ਨਸ ਹੋਣ, ਈਵਨ ਸਰਕਾਰੀ ਲੈਵਲ ਤੇ ਵੀ ਪੰਜਾਬ ਸਰਕਾਰ ਦੇ ਵਿੱਚੋਂ ਜਾਂ ਆਪੋਜੀਸ਼ਨ ਦੇ ਵਿੱਚੋਂ ਵੀ ਆਵਾਜ਼ਾਂ ਉੱਠੀਆਂ ਨੇ ਕਸ਼ਮੀਰ ਦੇ ਹੱਕ ਦੇ ਵਿੱਚ। ਸੋ ਤੁਹਾਨੂੰ ਲੱਗਦਾ ਵੀ ਇਸ ਵਕਤ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿਹੜਾ ਡਾਇਸਪੋਰਾ ਸਿੱਖ ਡਾਇਸਪੋਰਾ ਵਸਦਾ ਹੈ ਉਹਨੂੰ ਇਸ ਗੱਲ ਦੀ ਸਮਝ ਹੈ ਤੇ ਜਿਹੜੀ ਇਹ ਆਈਡੀਓਲੋਜੀ ਇਸ ਵਕਤ ਜਿਸ ਲੈਵਲ ਤੇ ਚਲੀ ਗਈ ਹੈ ਹਿੰਦੁਸਤਾਨ ਦੀ, ਇਹਨੂੰ ਟਾਕਰਾ ਦੇਣ ਦੇ ਲਈ ਇੱਦਾਂ ਹੀ ਇਸੇ ਤਰੀਕੇ ਦੇ ਨਾਲ ਇੱਕਮੁੱਠਤਾ ਦਾ ਇਜ਼ਹਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ? ਸਰਦਾਰ ਅਮਰਵੀਰ ਸਿੰਘ ਜੀ, ਬੜਾ ਅਹਿਮ ਕੁਐਸਚਨ ਹੈ ਇਹ ਪੰਜਾਬ ਦੇ ਹਵਾਲੇ ਦੇ ਨਾਲ। ਮੈਂ ਇਹਨੂੰ ਇੱਕ ਹੋਰ ਘਟਨਾਕ੍ਰਮ ਦੇ ਨਾਲ ਰਿਲੇਟ ਕਰਨਾ ਚਾਹੁੰਦਾ। ਪੰਜਾਬ ਦੇ ਵਿੱਚੋਂ ਜਾਂ ਡਾਇਸਪੋਰਾ ਸਿੱਖਾਂ ਦੇ ਵਿੱਚੋਂ ਜਿਵੇਂ ਹੀ ਕਸ਼ਮੀਰ ਦੇ ਹੱਕ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਿੱਖ ਮਜਲੂਮ ਦੇ ਨਾਲ ਖੜਦੇ ਆ ਰਹੇ ਨੇ ਔਰ ਇਸ ਵਕਤ ਵੀ ਖੜੇ ਨੇ।
ਜੀ ਜਿਹੜੀ ਸਟਰੋਂਗ ਆਵਾਜ਼ ਹੈ, ਜਿਹੜੀ ਸਟਰੋਂਗ ਜਿਹੜਾ ਮੈਸੇਜ ਹੈ, ਸਿਰਫ ਗੱਲਾਂ ਨਾਲ ਨਹੀਂ ਬਲਕਿ ਜਿਹੜੀ ਹੈਲਪ ਕਸ਼ਮੀਰੀ ਵਿਦਿਆਰਥੀਆਂ ਦੀ ਫਾਈਨੈਂਸ਼ੀਅਲੀ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਜਾਂ ਉਹਨਾਂ ਦੀ ਸਿਕਿਉਰਿਟੀ ਦੀ ਗੱਲ ਹੋਵੇ, ਜਿਸ ਤਰ੍ਹਾਂ ਦਾ ਜਿਹੜਾ ਜੈਸਚਰ ਹੈ ਉਹ ਪੰਜਾਬ ਦੇ ਵਿੱਚੋਂ ਆਇਆ, ਉਹਨੂੰ ਵੇਖਦਿਆਂ ਪਹਿਲਾਂ ਇਹਨਾਂ ਨੇ ਪੰਜਾਬ ਨੂੰ ਸਜ਼ਾ ਯਾਫਤਾ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਇਵਜ਼ ਦੇ ਵਿੱਚੋਂ ਪੰਜਾਬ ਦੇ ਵਿੱਚ ਹੜ੍ਹ ਲਿਆ ਕੇ ਇਹਨਾਂ ਨੇ ਪੰਜਾਬੀਆਂ ਨੂੰ ਜਿਹੜਾ ਸਾਰਾ ਧਿਆਨ ਹੈ ਕਸ਼ਮੀਰੀਆਂ ਦੀ ਹੈਲਪ ਦੇ ਉੱਤੇ ਸੀ ਉਹ ਮਜਬੂਰ ਕਰ ਦਿੱਤਾ ਗਿਆ ਕਿ ਤੁਸੀਂ ਪਹਿਲਾਂ ਆਪਣੇ ਖੇਤ ਖੱਲੇ ਸੰਭੋ, ਉਧਰ ਬਾਅਦ ਚ ਦੇਖਿਓ। ਜੀ ਔਰ ਜਦੋਂ ਇਹਨਾਂ ਨੇ ਵੇਖਿਆ ਕਿ ਉਹ ਸਾਰਾ ਕੁਝ ਸੰਭਲ ਗਿਆ, ਜਿਵੇਂ ਖਾਲਸਾ ਏਡ ਜਾਂ ਹੋਰ ਯੂਨਾਈਟਿਡ ਸਿੱਖਸ ਜਾਂ ਹੋਰ ਜਿਹੜੀਆਂ ਸਿੱਖਾਂ ਦੀਆਂ NGOs ਨੇ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰੇਕ ਦੇ ਨਾਲ ਖੜਦੀਆਂ ਨੇ, ਪੰਜਾਬ ਦੀ ਵਾਰੀ ਉਹ ਪਿੱਛੇ ਨਹੀਂ ਸੀ ਰਹਿ ਸਕਦੇ। ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਸਾਂਭਿਆ, ਹੁਣ ਇਹਨਾਂ ਨੇ ਪੈਂਤੜਾ ਜਿਹੜਾ ਬਦਲ ਕੇ ਇਹ ਇੱਕ ਲੋਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਹੈ ਉਹਦਾ ਰਾਹ ਪੱਧਰਾ ਕਰ ਦਿੱਤਾ। ਔਰ ਇਹ ਬੜੀ ਗੰਭੀਰਤਾ ਦੇ ਨਾਲ ਇਸ ਘਟਨਾਕ੍ਰਮ ਨੂੰ ਜਿਹੜਾ ਸਿੱਖਾਂ ਨੂੰ ਬਚਣਾ ਚਾਹੀਦਾ। ਅਸੀਂ ਬਿਲਕੁਲ ਵਿਰੋਧ 'ਚ ਨਹੀਂ ਆ। ਬੰਦੀ ਸਿੰਘ ਠੀਕ ਹੈ ਜਿਨ੍ਹਾਂ ਦੇ ਦੋ ਉਮਰ ਕੈਦਾਂ ਜਿਨ੍ਹਾਂ ਨੇ ਭੁਗਤ ਲਈਆਂ, ਇੱਕ ਦੀ ਬਜਾਏ ਡਬਲ ਜਿਹੜਾ ਆਪਣੀ ਜ਼ਿੰਦਗੀ ਦੀ ਜਵਾਨੀ ਦਾ ਸਾਰਾ ਹਿੱਸਾ ਜਿਨ੍ਹਾਂ ਨੇ 30 ਜਿਹੜੇ ਸਾਲ 25 30 ਸਾਲ ਜੇਲ੍ਹਾਂ ਦੇ ਵਿੱਚ ਗੁਜ਼ਾਰ ਦਿੱਤੇ ਨੇ, ਜੇ ਉਹ ਅੱਜ ਛੱਡ ਰਹੇ ਨੇ ਕਿਸੇ ਨੂੰ, ਤੇ ਇਹ ਕੋਈ ਅਹਿਸਾਨ ਨਹੀਂ ਹੈ। ਸਾਨੂੰ ਵੇਖਣਾ ਇਹ ਚਾਹੀਦਾ ਕਿ ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਸਿੱਖਾਂ ਦੇ ਪ੍ਰਤੀ ਰਵੱਈਆ ਉਹ ਕਿਸ ਤਰੀਕੇ ਦੇ ਨਾਲ ਆ। ਮੇਰਾ ਖਿਆਲ ਟਾਈਮ ਦੀ ਵੀ ਸ਼ਾਰਟੇਜ ਆ, ਮੈਂ ਸ਼ਾਰਟ ਦੇ ਵਿੱਚ ਦੱਸ ਦਿਆਂ ਕਿ ਅੱਜ ਇਹਨਾਂ ਨੂੰ ਬਹੁਤ ਫਿਕਰ ਪਿਆ ਹੋਇਆ 550 ਸਾਲਾ ਗੁਰਪੁਰਬ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੰਦੀ ਸਿੰਘਾਂ ਨੂੰ ਅਸੀਂ ਛੱਡਣਾ ਹੈ ਤੇ ਅਸੀਂ ਇੰਟਰਨੈਸ਼ਨਲ ਪ੍ਰੋਗਰਾਮ ਵੀ ਕਰਨੇ ਨੇ, ਜਦਕਿ ਜਿਹੜਾ ਵਰਤਾਰਾ ਇਹਨਾਂ ਦਾ ਜਗਨਨਾਥਪੁਰੀ ਦੇ ਵਿੱਚ ਉਹ ਜਿਹੜਾ ਇਤਿਹਾਸਕ ਗੁਰੂ ਘਰ ਜਿੱਥੇ ਖੜ ਕੇ ਗੁਰੂ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਪਾਂਡਿਆਂ ਨੂੰ ਕਿ ਆਰਤੀ ਕਿਹਨੂੰ ਕਹਿੰਦੇ ਨੇ ਜੀ, ਉਸ ਜਗ੍ਹਾ ਨੂੰ ਢਹਿ ਢੇਰੀ ਕੀਤਾ ਗਿਆ। ਇਹ ਸਾਨੂੰ ਜਿਹੜਾ ਅਸਲ ਤੋਹਫਾ ਹਿੰਦੁੱਤਵਾ ਦਾ ਹਿੰਦੁਸਤਾਨ ਦੇ ਵਿੱਚ ਇਹ ਸਾਨੂੰ ਜਿਹੜਾ ਪ੍ਰਕਾਸ਼ ਪੁਰਬ 550 ਸਾਲਾ ਗੁਰੂ ਨਾਨਕ ਸਾਹਿਬ ਦਾ ਆ ਰਿਹਾ ਉਹ ਦਿੱਤਾ, ਸਾਨੂੰ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਔਰ ਮੈਂ ਅਖੀਰਲੀ ਗੱਲ ਦੱਸ ਦਿਆਂ ਕਿ ਅੱਜ ਹੀ ਇਹ ਖਬਰ ਜਿਹੜੀ ਆ ਬਾਹਰ ਆਈ ਹੈ ਕਿ ਜਿਹੜੇ 8 ਬੰਦੀ ਸਿੰਘ ਇਹਨਾਂ ਨੇ ਛੱਡਣ ਦੀ ਗੱਲ ਕਹੀ ਆ, ਉਹਨਾਂ ਚੋਂ ਇੱਕ ਜਿਹੜੇ ਨੇ ਉਹ ਪਹਿਲੇ ਹੀ ਅਕਾਲ ਚਲਾਣਾ ਕਰ ਚੁੱਕੇ ਨੇ, 4 ਉਹਨਾਂ ਚੋਂ ਆਲਰੇਡੀ ਬਾਹਰ ਨੇ, ਸਿਰਫ 3 ਦੀ ਗੱਲ ਹੈ। 3 ਦੀ ਗੱਲ ਦੇ ਲਈ ਇਹ ਸਾਰਾ ਜਿਹੜਾ ਇਹ ਅਡੰਬਰ ਐਡਾ ਵੱਡਾ ਰਚਾ ਕੇ ਸਿੱਖਾਂ ਨੂੰ ਇਹ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਕਸ਼ਮੀਰ ਦੇ ਮੁੱਦੇ ਤੇ ਸ਼ਾਂਤ ਰਹੋ। ਦੇਖੋ ਅਸੀਂ ਆ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਛੱਡ ਰਹੇ ਆ, ਕਿਸੇ ਵੀ ਝਾਂਸੇ ਚਾਣ ਦੀ ਲੋੜ ਨਹੀਂ। ਠੀਕ ਆ, ਜੇ ਕਿਸੇ ਵੀਰ ਭੈਣ ਨੂੰ ਚੰਗਾ ਲੱਗਦਾ ਸ਼ੁਕਰੀਆ ਵੀ ਗਵਰਨਮੈਂਟ ਦਾ ਕਰਨਾ ਚਾਹੀਦਾ, ਕਰ ਲਵੇ, ਪਰ ਸਾਨੂੰ ਘੱਟੋ ਘੱਟ ਆਪ ਇੰਨੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਿ ਚਿਹਰੇ ਇਹਨਾਂ ਦੇ ਜਿਹੜੇ ਨੇ ਇਹ ਦਾਮ ਦੰਦ ਭੇਦ ਵਾਲੇ ਇਹ ਚਣਕਿਆਂ ਦੇ ਪੁੱਤਰ ਨੇ, ਇਹ ਕਦੀ ਕਿਸੇ ਦੇ ਸਕੇ ਨਹੀਂ ਹੋਏ। ਰਾਜਨੀਤੀ ਜਿਹੜੀ ਤੇ ਮਕਾਰੀ ਇਹਨਾਂ ਦੇ ਖੂਨ 'ਚ ਭਰੀ ਹੋਈ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਜੀ ਬਿਲਕੁਲ ਮਨਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਸਾਰੇ ਇਸ਼ੂ ਦੇ ਉੱਤੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ ਸਰਦਾਰ ਮਨਵੀਰ ਸਿੰਘ ਜਿਹੜੇ ਕਿ TV84 ਦੇ ਬਿਊਰੋ ਚੀਫ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।